ਸਟਾਰਟ। ਦੇਸ਼ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀਆਂ ਨੂੰ ਦਿਸ਼ਾ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਜੀ ਦੀ 28 ਜੂਨ ਨੂੰ 100ਵੀਂ ਜਯੰਤੀ ਦੇ ਮੌਕੇ 'ਤੇ ਉਹਨਾਂ ਨਾਲ ਜੁੜੀਆਂ ਕੁਝ ਯਾਦਾਂ ਤਾਜ਼ਾ ਹੋ ਗਈਆਂ। ਡੈਂਡੀ ਨਹਿਰੂ ਗਾਂਧੀ ਪਰਿਵਾਰ ਦੇ ਬਾਅਦ ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ 1991 ਤੋਂ 1996 ਤੱਕ 5 ਸਾਲ ਇਹ ਜ਼ਿੰਮੇਵਾਰੀ ਨਿਭਾਈ। ਡੈਂਡੀ ਇਹਨਾਂ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਿਹਾ ਜਾਂਦਾ ਸੀ। ਡੈਂਡੀ ਰਾਜੀਵ ਗਾਂਧੀ ਦੀ ਹੱਤਿਆ ਦੇ ਬਾਅਦ ਬੁਰੀ ਤਰ੍ਹਾਂ ਧੜੇਬੰਦੀ ਦੀ ਸ਼ਿਕਾਰ ਕਾਂਗਰਸ ਦੇ ਨੇਤਾਵਾਂ 'ਚੋਂ ਪ੍ਰਧਾਨ ਮੰਤਰੀ ਦੇ ਲਈ ਪਸੰਦੀਦਾ ਉਮੀਦਵਾਰਾਂ 'ਚ ਉਹ ਸਭ ਤੋਂ ਹੇਠਲੇ ਸਥਾਨ 'ਤੇ ਸਨ। ਡੈਂਡੀ ਅਜਿਹੇ 'ਚ ਇਹਨਾਂ ਨੂੰ ਤਤਕਾਲੀਨ ਰਾਸ਼ਟਰਪਤੀ ਵੈਂਕਟਰਮਨ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਭ ਤੋਂ ਵੱਡੇ ਸਿਆਸੀ ਧੜੇ ਦੇ ਨੇਤਾ ਹੋਣ ਦੇ ਨਾਤੇ ਇਹਨਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਡੈਂਡੀ ਇਹ ਉਸ ਸਮੇਂ ਕਾਂਗਰਸ 'ਚ ਸਭ ਤੋਂ ਵੱਧ ਤਜਰਬੇਕਾਰ ਆਗੂ ਸਨ ਜੋ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ 1971-1973 ਦੇ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਕੇਂਦਰ 'ਚ ਰੱਖਿਆ ਰਾਜ ਮੰਤਰੀ, ਵਿਦੇਸ਼ ਮੰਤਰੀ, ਗ੍ਰਹਿ ਅਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਰਹਿ ਚੁੱਕੇ ਹਨ ਅਤੇ 1992 'ਚ ਕਾਂਗਰਸ ਦੇ ਪ੍ਰਧਾਨ ਵੀ ਬਣੇ। ਡੈਂਡੀ 17 ਭਾਸ਼ਾਵਾਂ ਦੇ ਗਿਆਤਾ ਅਤੇ ਪ੍ਰਤਿਭਾ ਦੇ ਧਨੀ ਨਰਸਿਮਹਾ ਰਾਓ ਨੂੰ ਕੁਝ ਲੋਕ ਵਿਸ਼ਵ ਗੁਰੂ ਮੰਨਦੇ ਸਨ। ਡੈਂਡੀ ਉਹਨਾਂ ਨੂੰ ਭਾਰਤ 'ਚ ਆਰਥਿਕ ਸੁਧਾਰਾਂ ਦੇ ਜਨਕ ਦੇ ਰੂਪ 'ਚ ਜਾਣਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਦੇਸ਼ ਦੀ ਕਮਾਨ ਬੜੇ ਔਖੇ ਆਰਥਿਕ ਸਮੇਂ 'ਚ ਸੰਭਾਲੀ ਸੀ। ਡੈਂਡੀ ਇਹਨਾਂ ਨੇ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡਾਕਟਰ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾ ਕੇ ਦੇਸ਼ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢਿਆ। ਡੈਂਡੀ ਉਸ ਸਮੇਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਚਿੰਤਾਜਨਕ ਪੱਧਰ ਤੱਕ ਘਟ ਗਿਆ ਸੀ ਅਤੇ ਦੇਸ਼ ਦਾ 47 ਟਨ ਸੋਨਾ ਤੱਕ ਗਹਿਣੇ ਰੱਖਣਾ ਪਿਆ ਸੀ ਜੋ ਇਹਨਾਂ ਦੇ ਕਾਰਜਕਾਲ 'ਚ ਵਾਪਸ ਲਿਆਂਦਾ ਗਿਆ। ਡੈਂਡੀ ਸ਼੍ਰੀ ਨਰਸਿਮਹਾ ਰਾਓ ਹੀ ਸਰਦਾਰ ਮਨਮੋਹਨ ਸਿੰਘ ਨੂੰ ਸਿਆਸਤ 'ਚ ਲਿਆਏ ਸਨ। ਡੈਂਡੀ ਇਸ ਦੇ ਲਈ ਉਹਨਾਂ ਨੇ ਜੂਨ 1991 ਨੂੰ ਅੱਧੀ ਰਾਤ ਦੇ ਸਮੇਂ ਫੋਨ ਕਰਕੇ ਉਹਨਾਂ ਨੂੰ ਵਿੱਤ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਸੀ। ਡੈਂਡੀ ਉਹਨਾਂ ਦੇ ਪੋਤੇ ਅਤੇ ਭਾਜਪਾ ਨੇਤਾ PV ਸੁਭਾਸ਼ ਨੇ ਕਿਹਾ ਹੈ ਕਿ ਸੋਨੀਆ ਕਿਉਂਕਿ ਰਾਓ ਨਾਲ ਨਫ਼ਰਤ ਕਰਦੇ ਹਨ ਇਸ ਲਈ ਗਾਂਧੀ ਪਰਿਵਾਰ ਨੇ ਨਰਸਿਮਹਾ ਰਾਓ ਦੀ ਜਯੰਤੀ 'ਤੇ ਉਹਨਾਂ ਨੂੰ ਸ਼ਰਧਾਂਜਲੀ ਤੱਕ ਨਹੀਂ ਦਿੱਤੀ ਪਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿੱਤੀ। ਡੈਂਡੀ ਨਰਸਿਮਹਾ ਰਾਓ ਜੀ ਦੇ ਬਹੁਤ ਘੱਟ ਬੋਲਣ ਵਾਲੇ ਸੁਭਾਅ ਦੇ ਕਾਰਨ ਉਹਨਾਂ ਨੂੰ ਮੌਨ ਪ੍ਰਧਾਨ ਮੰਤਰੀ ਵੀ ਕਿਹਾ ਗਿਆ। ਡੈਂਡੀ ਇਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ 46 ਸਰਕਾਰੀ ਯਾਤਰਾਵਾਂ ਕੀਤੀਆਂ ਸਨ ਜਿਨ੍ਹਾਂ 'ਚੋਂ ਕੁਝ ਯਾਤਰਾਵਾਂ 'ਚ ਮੈਂ ਉਹਨਾਂ ਦੇ ਨਾਲ ਸੀ। ਡੈਂਡੀ ਹੋਰ ਪ੍ਰਧਾਨ ਮੰਤਰੀ ਜਹਾਜ਼ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਰ ਨਰਸਿਮਹਾ ਰਾਓ ਜੀ ਨਾ ਤਾਂ ਪੱਤਰਕਾਰਾਂ ਨੂੰ ਆਪਣੇ ਕੈਬਿਨ 'ਚ ਬੁਲਾਉਂਦੇ ਨਾ ਹੀ ਉਹਨਾਂ ਨਾਲ ਘੁਲਦੇ ਮਿਲਦੇ। ਡੈਂਡੀ 1996 'ਚ ਆਂਧਰਾ ਪ੍ਰਦੇਸ਼ 'ਚ
ਚੱਕਰਵਾਤੀ ਤੂਫਾਨ ਤੋਂ ਪੀੜਤਾਂ ਦੀ ਸਹਾਇਤਾ ਲਈ ਅਸੀਂ ਪ੍ਰਧਾਨ ਮੰਤਰੀ ਰਾਹਤ ਫੰਡ ਖੋਲ੍ਹਿਆ। ਡੰਡੀ ਇਸ ਦੇ ਅਧੀਨ ਜਮ੍ਹਾਂ 59,00 ਰੁਪਏ ਉਹਨਾਂ ਨੂੰ ਸੌਂਪਣ ਲਈ ਅਸੀਂ ਨਿਯਤ ਮਿਤੀ ਅਤੇ ਸਮੇਂ 'ਤੇ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਪਹੁੰਚ ਗਏ। ਡੰਡੀ ਉਹਨਾਂ ਨੂੰ ਡਰਾਫਟ ਸੌਂਪਣ ਦੇ ਬਾਅਦ ਮੈਂ ਜੰਮੂ ਦੇ ਪ੍ਰਤੀਨਿਧੀ ਦੀ ਭੇਜੀ ਹੋਈ ਇੱਕ ਕਾਂਗਰਸੀ ਆਗੂ ਦੀ ਦੇਖ ਰੇਖ 'ਚ ਛਪਣ ਵਾਲੀ ਪੱਤਰਿਕਾ ਨਰਸਿਮਹਾ ਰਾਓ ਨੂੰ ਦਿੰਦੇ ਹੋਏ ਕਿਹਾ ਕਿ ਇਸ 'ਚ ਇਸ਼ਤਿਹਾਰ ਤਾਂ ਸਾਰੇ ਸਰਕਾਰੀ ਹਨ ਪਰ ਲੇਖ ਵੱਖਵਾਦੀਆਂ ਦੇ ਛਪਦੇ ਹਨ। ਡੰਡੀ ਨਰਸਿਮਹਾ ਰਾਓ ਜੀ ਨੇ ਮੇਰੇ ਹੱਥਾਂ 'ਚੋਂ ਉਹ ਪੱਤਰਿਕਾ ਲੈ ਲਈ ਅਤੇ ਬੋਲੇ, ਕੈਨ ਆਈ ਕੀਪ ਇਟ। ਨਾਲ ਹੀ ਮੈਂ ਉਹਨਾਂ ਨੂੰ ਰਿਟਾਇਰ ਹੋਣ ਜਾ ਰਹੇ ਇੱਕ ਅਧਿਕਾਰੀ ਨੂੰ ਐਕਸਟੈਂਸ਼ਨ ਦੇਣ ਦਾ ਸੁਝਾਅ ਦਿੱਤਾ ਪਰ ਉਹ ਚੁੱਪ ਰਹੇ। ਡੰਡੀ ਇੱਕ ਹਫ਼ਤੇ ਬਾਅਦ ਮੈਨੂੰ ਪਤਾ ਲੱਗਾ ਕਿ ਜੰਮੂ ਵਿੱਚ ਵੱਖਵਾਦੀਆਂ ਦੇ ਲੇਖ ਛਾਪਣ ਵਾਲੀ ਪੱਤਰਿਕਾ ਦਾ ਪ੍ਰੈਸ ਸੀਲ ਕਰ ਦਿੱਤਾ ਗਿਆ ਅਤੇ ਮੈਂ ਜਿਸ ਅਧਿਕਾਰੀ ਬਾਰੇ ਉਹਨਾਂ ਨੂੰ ਸੁਝਾਅ ਦਿੱਤਾ ਸੀ ਉਸ ਦਾ ਕਾਰਜਕਾਲ ਵੀ ਵਧਾ ਦਿੱਤਾ ਗਿਆ ਹੈ। ਡੰਡੀ ਬਿਨਾਂ ਕੁਝ ਕਹੇ ਇੰਨੀ ਤੇਜ਼ੀ ਨਾਲ ਕੰਮ ਕਰਨ 'ਚ ਯਕੀਨ ਰੱਖਦੇ ਸਨ। ਨਰਸਿਮਹਾ ਰਾਓ ਜੀ। ਡੰਡੀ ਦਸੰਬਰ 1992 'ਚ ਬਾਬਰੀ ਮਸਜਿਦ ਡੇਗੇ ਜਾਣ ਦੇ ਸਮੇਂ ਵੀ ਮੈਨੂੰ ਉਹਨਾਂ ਦਾ ਸੱਦਾ ਮਿਲਿਆ। ਡੰਡੀ ਉਦੋਂ ਉਹਨਾਂ ਨੇ ਦੇਸ਼ ਦੇ ਉੱਤਰ ਦੱਖਣ ਪੂਰਬ ਅਤੇ ਪੱਛਮ ਤੋਂ ਵੱਡੇ ਅਖਬਾਰਾਂ ਦੇ ਸੰਪਾਦਕਾਂ ਨੂੰ ਸੱਦਿਆ ਸੀ। ਡੰਡੀ ਇਹਨਾਂ 'ਚ ਟਾਈਮਸ ਆਫ ਇੰਡੀਆ, ਹਿੰਦੂ, ਅੰਮ੍ਰਿਤ ਬਾਜ਼ਾਰ ਪੱਤਰਿਕਾ, ਟ੍ਰਿਬਿਊਨ ਅਤੇ ਪੰਜਾਬ ਕੇਸਰੀ ਸ਼ਾਮਲ ਸਨ। ਡੰਡੀ ਉਹਨਾਂ ਨੇ ਬਾਬਰੀ ਮਸਜਿਦ ਡੇਗਣ ਬਾਰੇ ਦਖਲ ਨਾ ਦੇਣ 'ਤੇ ਕਿਹਾ, ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ, ਇਸ 'ਚ ਮੈਂ ਕੀ ਦਖਲ ਅੰਦਾਜ਼ੀ ਕਰਦਾ। ਡੰਡੀ ਗੱਲਾਂ ਹੀ ਗੱਲਾਂ 'ਚ ਸ਼੍ਰੀ ਨਰਸਿਮਹਾ ਰਾਓ ਜੀ ਨੇ ਹਲਕੇ ਫੁਲਕੇ ਅੰਦਾਜ਼ 'ਚ ਦੱਸਿਆ, ਜਿਹੜੇ ਦਿਨੀਂ ਮੈਂ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਕੁਝ ਲੋਕਾਂ ਨੇ ਇੰਦਰਾ ਗਾਂਧੀ ਜੀ ਕੋਲ ਮੇਰੇ ਵਿਰੁੱਧ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ ਸਨ। ਡੰਡੀ ਇੰਦਰਾ ਜੀ ਦੇ ਸੱਦਣ 'ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਲੋਕਾਂ ਨੂੰ ਮੰਤਰੀ ਬਣਾ ਦਿੰਦਾ ਹਾਂ ਤਾਂ ਉਹ ਮੇਰੀਆਂ ਸਿਫਤਾਂ ਕਰਨ ਲੱਗਣਗੇ। ਡੰਡੀ ਅਜਿਹਾ ਹੀ ਹੋਇਆ। ਡੰਡੀ ਮੈਂ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਅਤੇ ਸ਼ਿਕਾਇਤਾਂ ਬੰਦ ਹੋ ਗਈਆਂ। ਡੰਡੀ ਇਹ ਸੱਤਾ ਦੀ ਖੇਡ ਹੈ ਅਤੇ ਕਾਂਗਰਸ 'ਚ ਅਜਿਹਾ ਹੁੰਦਾ ਹੀ ਰਹਿੰਦਾ ਹੈ। ਡੰਡੀ ਪਹਿਰਾ ਜੋ ਕੁਝ ਕਾਂਗਰਸ 'ਚ ਉਸ ਸਮੇਂ ਹੋ ਰਿਹਾ ਸੀ ਅੱਜ ਵੀ ਉਹੀ ਸਭ ਕੁਝ ਹੋ ਰਿਹਾ ਹੈ। ਡੰਡੀ ਕੁਝ ਵੀ ਨਹੀਂ ਬਦਲਿਆ। ਡੰਡੀ ਅੱਜ ਜਦੋਂ ਮੈਂ ਇਹ ਲੇਖ ਲਿਖ ਰਿਹਾ ਹਾਂ ਤਾਂ ਮੇਰੇ ਮਨ 'ਚ ਇਹੀ ਗੱਲ ਘੁੰਮ ਰਹੀ ਹੈ ਕਿ ਜੇਕਰ ਕਾਂਗਰਸ ਦੇ ਮੌਜੂਦਾ ਆਗੂ ਨਰਸਿਮਹਾ ਰਾਓ ਜੀ ਵਾਂਗ ਗੱਲਾਂ ਘੱਟ ਅਤੇ ਕੰਮ ਜ਼ਿਆਦਾ ਕਰਨ ਵਾਲੇ ਹੋ ਜਾਣ ਤਾਂ ਕਾਂਗਰਸ ਪਾਰਟੀ ਨੂੰ ਕਈ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ। ਡੰਡੀ ਕੌਮਾਂਤਰੀ ਉੱਤਰ ਦੱਖਣੀ ਟਰਾਂਸਪੋਰਟ ਕਾਰੀਡੋਰ ਭਾਰਤ, ਈਰਾਨ ਅਤੇ ਰੂਸ ਨੂੰ ਹਵਾਈ, ਰੇਲ ਅਤੇ ਸੜਕੀ ਰਸਤੇ ਨਾਲ ਜੋੜਨ ਵਾਲਾ 7200 ਕਿਲੋਮੀਟਰ ਲੰਬਾ ਭਾਰ
ਢੋਣ ਵਾਲਾ ਰਸਤਾ ਹੈ ਡੈਂਡੀ। ਇਹ ਕਾਰੀਡੋਰ ਸਮੁੰਦਰੀ ਜਹਾਜ਼, ਰੇਲ ਅਤੇ ਰੋਡ ਨੈੱਟਵਰਕ ਦਾ ਤਾਲਮੇਲ ਹੈ ਡੈਂਡੀ। ਇਸ ਲਾਈਨ ਦੇ ਕਾਰਨ ਮੁੰਬਈ ਅਤੇ ਮਾਸਕੋ ਦਰਮਿਆਨ ਯਾਤਰਾ ਦਾ ਸਮਾਂ 40 ਤੋਂ ਘੱਟ ਕੇ 14 ਦਿਨ ਦੇ ਨੇੜੇ ਤੇੜੇ ਹੈ ਡੈਂਡੀ। ਇਸ ਗਲਿਆਰੇ ਦਾ ਮੁੱਖ ਮਕਸਦ ਸਵੇਜ ਨਹਿਰ, ਭੂ-ਮੱਧ ਸਾਗਰੀ ਅਤੇ ਬਾਲਟਿਕ ਸਾਗਰ ਰਾਹੀਂ ਸਮੁੰਦਰੀ ਰਵਾਇਤੀ ਮਾਰਗਾਂ ਦਾ ਬਦਲ ਮੁਹੱਈਆ ਕਰਨਾ ਹੈ ਡੈਂਡੀ। ਹਾਲਾਂਕਿ ਲਾਈਨ ਪਹਿਲਾਂ ਤੋਂ ਹੀ ਚਾਲੂ ਹੈ ਪਰ ਅਜੇ ਅਧੂਰੀ ਬਣੀ ਹੈ। ਪੂਰੀ ਹੋਣ 'ਤੇ ਵੱਧ ਸਹਾਇਕ ਹੋਵੇਗੀ ਡੈਂਡੀ। 2018 'ਚ 2 ਹੋਰ ਮਹੱਤਵਪੂਰਨ ਲਾਈਨਾਂ ਪੂਰੀਆਂ ਕੀਤੀਆਂ ਗਈਆਂ ਹਨ ਡੈਂਡੀ। ਇੱਕ ਅਜ਼ਰਬੈਜਾਨ 'ਚ ਅਸਤਾਰਾ ਅਤੇ ਈਰਾਨ 'ਚ ਅਸਤਾਰਾ ਨਾਂ ਦੇ ਸ਼ਹਿਰ ਨੂੰ ਜੋੜਦੀ ਹੈ ਡੈਂਡੀ ਅਤੇ ਦੂਜੀ ਈਰਾਨੀ ਸ਼ਹਿਰਾਂ ਨੂੰ ਰਸ਼ਤ ਅਤੇ ਕਾਜ਼ਵਿਨ ਨਾਲ ਜੋੜਦੀ ਹੈ ਡੈਂਡੀ। ਕਾਰੀਡੋਰ ਦਾ ਬੁਨਿਆਦੀ ਢਾਂਚਾ ਪ੍ਰਤੀ ਸਾਲ 15 ਮਿਲੀਅਨ ਟਨ ਮਾਲ ਢੁਆਈ ਕਰਨ 'ਚ ਸਮਰੱਥ ਹੈ ਡੈਂਡੀ। ਕੌਮਾਂਤਰੀ ਉੱਤਰ ਦੱਖਣੀ ਟਰਾਂਸਪੋਰਟ ਕੋਰੀਡੋਰ ਰਾਹੀਂ ਆਪਣਾ ਸਾਮਾਨ ਭੇਜਣ ਵਾਲੀ ਫਿਨਲੈਂਡ ਦੀ ਕੰਪਨੀ ਬਲਾਕ ਟ੍ਰੇਨ ਅਜਿਹਾ ਕਰਨ ਵਾਲੀ ਪਹਿਲੀ ਕੰਪਨੀ ਹੈ ਡੈਂਡੀ। ਇਹ ਵਪਾਰਕ ਸਾਮਾਨ ਭਾਰਤ, ਰੂਸ, ਅਜ਼ਰਬੈਜਾਨ, ਈਰਾਨ, ਯੂਰਪ ਅਤੇ ਮੱਧ ਏਸ਼ੀਆ 'ਚ ਸਮੇਂ ਦੇ ਹਿਸਾਬ ਨਾਲ ਭੇਜਣ ਦਾ ਸਰਵੋਤਮ ਰੂਪ ਹੈ ਡੈਂਡੀ। ਫਿਨਲੈਂਡ ਦੇ ਹੈਲਸਿੰਕੀ ਤੋਂ ਭਾਰਤ ਦੇ ਨਹਾਵਾ ਸ਼ੇਵਾ ਕੰਟੇਨਰ ਪੋਰਟ ਨੂੰ ਜੋੜਨ ਵਾਲੀ ਪਹਿਲੀ ਕੰਟੇਨਰ ਬਲਾਕ ਟ੍ਰੇਨ ਹੈਲਸਿੰਕੀ ਤੋਂ ਰਵਾਨਾ ਹੋ ਚੁੱਕੀ ਹੈ ਡੈਂਡੀ। ਇਹ ਟ੍ਰੇਨ 21 ਜੂਨ ਨੂੰ ਇੱਕ ਸਵੀਡਿਸ਼ ਗਾਹਕ ਤੋਂ ਕਾਗਜ਼ ਆਧਾਰਿਤ ਉਤਪਾਦਾਂ ਨਾਲ ਭਰੇ 40 ਫੁੱਟ ਦੇ 32 ਕੰਟੇਨਰ ਲੈ ਕੇ ਚੱਲ ਚੁੱਕੀ ਹੈ ਡੈਂਡੀ। ਮੌਜੂਦਾ ਸਮੇਂ ਇਹ ਰੂਸ ਤੋਂ ਹੁੰਦੀ ਹੋਈ ਅਤੇ ਅਜ਼ਰਬੈਜਾਨ ਨੂੰ ਪਾਰ ਕਰਕੇ ਯਾਤਰਾ ਕਰਦੀ ਹੈ ਡੈਂਡੀ। ਇਸ ਦਾ ਅਗਲਾ ਪੜਾਅ ਈਰਾਨ 'ਚ ਅਸਤਾਰਾ ਅਤੇ ਬੰਦਰ ਅਬਾਸ ਪੋਰਟ ਹੋਵੇਗਾ ਡੈਂਡੀ। ਬੰਦਰ ਅਬਾਸ ਪੋਰਟ ਤੋਂ ਕਰਾਰੀ ਨੂੰ ਇੱਕ ਜਹਾਜ਼ 'ਤੇ ਲਿਆਂਦਾ ਜਾਵੇਗਾ ਜੋ ਹਿੰਦ ਮਹਾਸਾਗਰ ਰਾਹੀਂ ਆਪਣੇ ਅੰਤਿਮ ਸਟੇਸ਼ਨ ਤੱਕ ਸਮੁੰਦਰੀ ਰਸਤੇ ਰਾਹੀਂ ਪਹੁੰਚੇਗਾ ਡੈਂਡੀ। ਟ੍ਰੇਨ ਜੋ ਅਜੇ ਰਸਤੇ 'ਚ ਚੱਲ ਹੈ ਹੈਲਸਿੰਕੀ ਅਤੇ ਅਸਤਾਰਾ ਦੇ ਵਿਚਕਾਰਲੇ ਮਾਰਗ ਨੂੰ ਪੂਰਾ ਕਰਨ 'ਚ 8 ਦਿਨ ਦਾ ਸਮਾਂ ਲਵੇਗੀ ਡੈਂਡੀ। ਤੁਹਾਨੂੰ ਦੱਸ ਦੇਈਏ ਅਸਤਾਰਾ ਅਜ਼ਰਬੈਜਾਨ ਈਰਾਨ ਸਰਹੱਦ 'ਤੇ ਸਥਿਤ ਹੈ ਡੈਂਡੀ। ਬੀਤਿਆ ਹਫ਼ਤਾ ਚੌਕ ਥਲ ਭਰਿਆ ਰਿਹਾ ਹੈ ਡੈਂਡੀ। ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਕਸ਼ਮੀਰ 'ਚ ਦਿਲ ਦੀ ਦੂਰੀ ਅਤੇ ਦਿੱਲੀ ਤੋਂ ਦੂਰੀ ਘਟਾਉਣ ਲਈ ਜੰਮੂ ਕਸ਼ਮੀਰ ਦੀ ਮੁੱਖ ਧਾਰਾ ਦੇ ਨੇਤਾਵਾਂ ਨਾਲ ਬੈਠਕ ਕੀਤੀ ਅਤੇ ਸੁਲ੍ਹਾ ਦੀਆਂ ਨਵੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਡੈਂਡੀ। ਦੂਸਰੇ ਪਾਸੇ ਆਪਣੀ ਕਿਸਮਤ ਦੀ ਪਹਿਲੀ ਘਟਨਾ 'ਚ ਜੰਮੂ 'ਚ ਹਵਾਈ ਫੌਜ ਦੇ ਸਟੇਸ਼ਨ 'ਤੇ ਡਰੋਨ ਨਾਲ ਹਮਲਾ ਹੋਇਆ ਡੈਂਡੀ। ਇਸ ਹਮਲੇ 'ਚ 2 ਦੇਸੀ ਬੰਬ ਸੁੱਟੇ ਗਏ ਜਿਸ 'ਚ 2 ਵਿਅਕਤੀ ਜ਼ਖਮੀ ਹੋਏ ਡੈਂਡੀ। ਸੋਮਵਾਰ ਨੂੰ ਰਤਨ ਚੱਕ, ਕਾਲੀ ਚੱਕ
फौजी इलाके 'च फौज की टुकड़ी ते एक होर हमला किया गया। डंडी त्रासदी देखो कि घाटी 'च जदों भी शांति की कोई पहल की जाती है तो सरहद पारों कोई ना कोई हमलावर कार्रवाई हुंदी है। डंडी पहरा ਭਾਰਤ ਸਰਕਾਰ ਨੂੰ ਖਦਸ਼ਾ ਹੈ ਕਿ ਇਹ ਹਮਲੇ ਪਾਕਿਸਤਾਨ ਦੀ ਲਸ਼ਕਰ ਏ ਤੋਇਬਾ ਵੱਲੋਂ ਕਰਵਾਏ ਗਏ ਹਨ ਅਤੇ ਇਹ ਪਾਕਿਸਤਾਨ ਦੀ ਨਵੀਂ ਅੱਤਵਾਦੀ ਰਣਨੀਤੀ ਦਾ ਹਿੱਸਾ ਹੈ ਜਿਸ 'ਚ ਅੱਤਵਾਦੀਆਂ ਦੀ ਭੂਮਿਕਾ ਘੱਟ ਹੈ ਅਤੇ ਹਮਲਿਆਂ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲੇਗਾ। ਡੰਡੀ ਪਾਕਿਸਤਾਨ ਇਸ ਦਾ ਖੰਡਨ ਕਰੇਗਾ ਅਤੇ ਇਸ ਤਰ੍ਹਾਂ ਭਾਰਤ ਵੱਲੋਂ ਬਾਲਾਕੋਟ ਵਾਂਗ ਕੀਤੀ ਪ੍ਰਤੀਰੱਖਿਆਤਮਕ ਕਾਰਵਾਈ ਦਾ ਜੋਖਮ ਚੁੱਕੇਗਾ ਜਾਂ ਇਸ ਦੇ ਲਈ ਲੋੜੀਂਦੀ ਵੱਡੀ ਗਿਣਤੀ 'ਚ ਫੌਜ ਦੀ ਤਾਇਨਾਤੀ ਕੀਤੀ ਜਾਵੇਗੀ। ਡੰਡੀ ਇਹ ਪਹਿਲਾ ਅਤੇ ਆਖਰੀ ਹਮਲਾ ਨਹੀਂ ਹੈ। ਡੰਡੀ ਸੁਰੱਖਿਆ ਸਰੋਤਾਂ ਦਾ ਕਹਿਣਾ ਹੈ ਕਿ ਸਾਲ 2019 'ਚ ਧਾਰਾ 370 ਨੂੰ ਖਤਮ ਕਰਨ ਦੇ ਬਾਅਦ ਕੰਟਰੋਲ ਰੇਖਾ 'ਤੇ ਉਸ ਨੇ ਹਥਿਆਰ ਧਮਾਕਾ ਖੇਜ ਸਮੱਗਰੀ ਅਤੇ ਨਸ਼ੀਲੇ ਪਦਾਰਥਾਂ ਵਾਲੇ 300 ਤੋਂ ਵੱਧ ਡਰੋਨਾਂ ਨੂੰ ਤਬਾਹ ਕੀਤਾ ਹੈ। ਡੰਡੀ ਹਾਲ ਹੀ 'ਚ ਪੰਜਾਬ ਪੁਲਿਸ ਨੇ ਸਰਹੱਦ ਦੇ ਨੇੜੇ 2 ਹਾਦਸਾਗ੍ਰਸਤ ਡਰੋਨ ਫੜੇ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੀ ਵਰਤੋਂ ਖਾਲਿਸਤਾਨੀ ਸੰਗਠਨਾਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਪਹੁੰਚਾਉਣ ਲਈ ਕੀਤੀ। ਡੰਡੀ ਅੱਤਵਾਦੀ ਇਹਨਾਂ ਹਵਾਈ ਹਮਲਿਆਂ ਦੀ ਵਰਤੋਂ ਦੂਰ ਬੈਠ ਕੇ ਕਰ ਸਕਦੇ ਹਨ। ਡੰਡੀ ਸ਼ਾਇਦ ਸਰਹੱਦ 'ਤੇ ਅੱਤਵਾਦ ਦੇ ਸਮਰਥਕ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਉੱਚ ਸੁਰੱਖਿਆ ਸੰਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਉੱਚ ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹਨ। ਡੰਡੀ ਇਹ ਦਰਸਾਉਂਦਾ ਹੈ ਕਿ ਅੱਤਵਾਦੀ ਅੰਤਰ ਅਜੇ ਸਰਗਰਮ ਹੈ ਅਤੇ ਉਹਨਾਂ ਦੇ ਨਾਲ ਨਰਮੀ ਦਿਖਾ ਕੇ ਉਹਨਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਹਿੰਸਾ ਫੈਲਾਉਂਦੇ ਰਹਿਣਗੇ। ਡੰਡੀ ਇਸ ਡਰੋਨ ਹਮਲੇ ਨੇ ਅੱਤਵਾਦ ਦਾ ਮੁਕਾਬਲਾ ਕਰਨ 'ਚ ਭਾਰਤ ਦੀਆਂ ਕੋਸ਼ਿਸ਼ਾਂ 'ਚ ਨਾ ਸਿਰਫ ਇੱਕ ਨਵਾਂ ਅਧਿਆਇ ਖੋਲ੍ਹਿਆ ਹੈ ਸਗੋਂ ਇਹ ਦੱਖਣੀ ਏਸ਼ੀਆ 'ਚ ਜੰਗ ਦਾ ਇੱਕ ਨਵਾਂ ਅਤੇ ਖਤਰਨਾਕ ਪੜਾਅ ਵੀ ਸ਼ੁਰੂ ਕਰੇਗਾ। ਡੰਡੀ ਇਹ ਸੱਚ ਹੈ ਕਿ ਇਹਨਾਂ 2 ਬੰਬ ਹਮਲਿਆਂ ਨੇ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਇਆ ਪਰ ਅਜਿਹੇ ਹਮਲਿਆਂ ਨੂੰ ਰੋਕਣ ਲਈ ਕੋਈ ਤੇਜ਼ ਉਪਾਅ ਨਹੀਂ ਹਨ। ਡੰਡੀ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਡਰੋਨ ਭਾਰਤ ਦੇ ਸੰਸਥਾਨਾਂ ਵਿਰੁੱਧ ਵਰਤੇ ਜਾ ਸਕਦੇ ਹਨ। ਡੰਡੀ ਸਟਾਰਟ ਬੰਗਾਲ 'ਚ ਮਮਤਾ ਬੈਨਰਜੀ ਦੀ ਵੱਡੀ ਜਿੱਤ ਦੇ ਬਾਅਦ ਦੇਸ਼ 'ਚ ਨਵੇਂ ਸਿਰੇ ਤੋਂ ਸਿਆਸੀ ਹਲਚਲਾਂ ਸ਼ੁਰੂ ਹੋ ਗਈਆਂ ਹਨ। ਡੰਡੀ ਭਾਜਪਾ ਵਿਰੋਧੀ ਪਾਰਟੀਆਂ ਫਿਰ ਇੱਕ ਪਲੇਟਫਾਰਮ 'ਤੇ ਆਉਣ ਦੇ ਫਾਰਮੂਲੇ 'ਤੇ ਵਿਚਾਰ ਕਰਨ ਲੱਗੀਆਂ ਹਨ ਪਰ ਚੋਣਾਂ ਜਿੱਤਣ ਵਾਲੇ ਜਾਦੂਗਰ ਪ੍ਰਸ਼ਾਂਤ ਕਿਸ਼ੋਰ ਨਵਾਂ ਫਾਰਮੂਲਾ ਬਣਾਉਣ ਦੀ ਗੱਲ ਕਰ ਰਹੇ ਹਨ। ਡੰਡੀ ਆਖਰ ਵਿਰੋਧੀ ਧਿਰ ਨੂੰ ਇੱਕ ਕਰਨ ਦਾ ਨਵਾਂ ਫਾਰਮੂਲਾ ਕੀ ਹੋ ਸਕਦਾ ਹੈ। ਡੰਡੀ ਇਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਡੰਡੀ ਕੁੱਲ ਮਿਲਾ ਕੇ ਸਿਆਸੀ ਸ਼ਹਿ ਅਤੇ ਮਾਤ ਦੀ ਬੇਸਾਤ 'ਤੇ ਮੋਹਰੇ ਉਹੀ ਪੁਰਾਣੇ ਹਨ। ਉੱਧਰ ਘੋੜੇ 'ਤੇ 2.5 ਕਦਮ ਹਨ ਉੱਥੇ ਹੀ ਹਾਥੀ ਸਿੱਧਾ ਚੱਲ ਰਿਹਾ ਹੈ ਪਰ ਬਾਦਸ਼ਾਹ ਪੂਰੀ ਤਰ੍ਹਾਂ
ਮਹਿਫੂਜ਼ ਹੈ। ਡੈਂਡੀ ਹੁਣ ਬਾਦਸ਼ਾਹ ਨੂੰ ਚਿੱਤ ਕਰਨ ਲਈ ਨਵੀਂ ਚਾਲ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਹੈ। ਡੈਂਡੀ ਬੀਤੇ ਦਿਨੀਂ ਪ੍ਰਸ਼ਾਂਤ ਕਿਸ਼ੋਰ ਭਾਵ ਪੀ ਕੇ ਪਹਿਲਾਂ ਮੁੰਬਈ ਅਤੇ ਫਿਰ ਦਿੱਲੀ 'ਚ ਮੌਜੂਦਾ ਸਿਆਸਤ ਦੇ ਪੁਰਾਣੇ ਖਿਡਾਰੀ ਸ਼ਰਦ ਪਵਾਰ ਨੂੰ ਮਿਲਦੇ ਹਨ। ਡੈਂਡੀ ਉਸ ਦੇ ਬਾਅਦ ਰਾਸ਼ਟਰ ਮੰਚ ਦੇ ਬੈਨਰ 'ਤੇ ਸ਼ਰਦ ਪਵਾਰ ਦੇ ਘਰ 'ਚ ਯਸ਼ਵੰਤ ਸਿਨਹਾ ਵਿਰੋਧੀ ਪਾਰਟੀਆਂ ਦੀ ਬੈਠਕ ਸੱਦਦੇ ਹਨ। ਡੈਂਡੀ ਇਸ ਦੇ ਨਾਲ ਹੀ ਇੱਕ ਵਾਰ ਫਿਰ ਤੀਸਰਾ ਮੋਰਚਾ, ਸੰਯੁਕਤ ਮੋਰਚਾ ਵਰਗੇ ਸ਼ਬਦ ਭੁੱਲੇ ਵਿਸਰੇ ਗੀਤ ਵਾਂਗ ਸਿਆਸੀ ਗਲਿਆਰਿਆਂ 'ਚ ਗੂੰਜਣ ਲੱਗੇ ਹਨ। ਪਰ ਭਲਾ ਹੋਵੇ ਪੀਕੇ ਦਾ, ਜਿਨ੍ਹਾਂ ਨੇ ਕਿਆਸ ਅਰਾਈਆਂ ਨੂੰ ਮੌਕਾ ਦਿੱਤੇ ਬਿਨਾਂ ਹੀ ਤੀਸਰੇ ਮੋਰਚੇ, ਚੌਥੇ ਮੋਰਚੇ ਆਦਿ ਨੂੰ ਖਾਰਜ ਕਰ ਦਿੱਤਾ ਹੈ। ਡੈਂਡੀ ਨਾਲ ਹੀ ਕਹਿ ਦਿੱਤਾ ਹੈ ਕਿ ਕੁਝ ਨਵਾਂ ਫਾਰਮੂਲਾ ਕੱਢਣਾ ਹੋਵੇਗਾ। ਡੈਂਡੀ ਕਹਿਣ ਨੂੰ ਤਾਂ ਪੀਕੇ ਨੇ ਕਹਿ ਦਿੱਤਾ ਅਤੇ ਕਾਂਗਰਸ ਨੂੰ ਜ਼ਰੂਰੀ ਵੀ ਦੱਸ ਦਿੱਤਾ, ਪਰ ਇਹ ਕੰਮ ਇੰਨਾ ਸੌਖਾ ਨਹੀਂ ਹੈ। ਡੈਂਡੀ ਕਹਿੰਦੇ ਹਨ ਕਿ ਸਿਆਸਤ ਸੰਭਾਵਨਾ ਦੀ ਖੇਡ ਹੈ, ਤਾਂ ਅਸੀਂ ਵੀ ਫਾਰਮੂਲਾ ਖੇਡਦੇ ਹਾਂ, ਪਰ ਪਹਿਲਾਂ ਥੋੜ੍ਹਾ ਪਿੱਛੇ ਚੱਲਦੇ ਹਾਂ। ਡੈਂਡੀ ਐਮਰਜੈਂਸੀ ਦੇ ਬਾਅਦ ਦੇਸ਼ ਨੇ ਪਹਿਲੀ ਵਾਰ 1977 'ਚ ਗੈਰ ਕਾਂਗਰਸ ਸਰਕਾਰ ਕੇਂਦਰ 'ਚ ਦੇਖੀ ਸੀ। ਡੈਂਡੀ ਜਨਤਾ ਦਲ, ਭਾਰਤੀ ਸੰਘ, ਸਮਾਜਵਾਦੀਆਂ ਆਦਿ ਨੇ ਰਲ ਕੇ ਜਨਤਾ ਪਾਰਟੀ ਬਣਾਈ। ਡੈਂਡੀ ਪਹਿਰਾ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ, ਪਰ 826 ਦਿਨ ਬਾਅਦ ਸਰਕਾਰ ਦੋਹਰੀ ਮੈਂਬਰ ਦੇ ਮੁੱਦੇ 'ਤੇ ਡਿੱਗ ਗਈ। ਡੈਂਡੀ ਫਿਰ ਚਰਨ ਸਿੰਘ ਕਾਂਗਰਸ ਦੇ ਬਾਹਰੀ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣੇ ਅਤੇ ਬਿਨਾਂ ਸੰਸਦ ਦਾ ਸਾਹਮਣਾ ਕੀਤੇ 170 ਦਿਨ ਬਾਅਦ ਰੁਖਸਤ ਹੋ ਗਏ। ਡੈਂਡੀ 1999 'ਚ ਤੀਸਰੇ ਮੋਰਚੇ ਦਾ ਦਿਲਚਸਪ ਪ੍ਰਯੋਗ ਹੋਇਆ। ਡੈਂਡੀ ਬੋਫੋਰਸ ਰਿਸ਼ਵਤ ਕਾਂਡ ਦੀ ਆਵਾਜ਼ ਚੁੱਕਣ ਵਾਲੇ VP ਸਿੰਘ ਪ੍ਰਧਾਨ ਮੰਤਰੀ ਬਣੇ। ਡੈਂਡੀ ਉਹਨਾਂ ਨੂੰ ਸਹਿਯੋਗ ਦਿੱਤਾ ਲੈਫਟ ਨੇ ਅਤੇ ਰਾਈਟ ਭਾਵ ਭਾਜਪਾ ਨੇ। ਡੈਂਡੀ ਬੋਧੀ ਦਰਸ਼ਨ 'ਚ ਸੰਸਾਰ ਦੀ ਔਖਿਆਈ ਨੂੰ ਸਮਝਾਉਣ ਲਈ ਬੁੱਧ ਨੇ 4 ਆਰੀਆ ਸੱਚਾਂ ਦੀ ਗੱਲ ਕੀਤੀ ਹੈ। ਡੈਂਡੀ ਇਹ ਸੱਚ ਹਨ। ਸੰਸਾਰ 'ਚ ਦੁੱਖ ਹੈ, ਡੈਂਡੀ ਦੁੱਖ ਦਾ ਕਾਰਨ ਹੈ। ਡੈਂਡੀ ਇਸ ਦਾ ਨਿਵਾਰਨ ਹੈ ਅਤੇ ਇਸ ਦੇ ਨਿਵਾਰਨ ਦਾ ਰਸਤਾ ਵੀ ਹੈ। ਡੈਂਡੀ ਬੁੱਧ ਨੇ ਦੁੱਖ ਦੇ ਨਿਵਾਰਨ ਲਈ ਅਸ਼ਟਾਂਗ ਰਸਤਾ ਸੁਝਾਇਆ ਸੀ, ਜਿਸ 'ਚ ਸਮੂਹ ਦ੍ਰਿਸ਼ਟੀ ਤੋਂ ਲੈ ਕੇ ਸਮਾਧੀ ਤੱਕ ਦੇ ਪੌੜੀ ਦੇ 8 ਡੰਡੇ ਹਨ। ਡੈਂਡੀ ਭਾਰਤ 'ਚ ਨਸ਼ੇ ਦੀ ਸਮੱਸਿਆ ਨੂੰ ਜੇਕਰ ਇਹਨਾਂ 4 ਆਰੀਆ ਸੱਚਾਂ ਦੀ ਕਸੌਟੀ 'ਚ ਕੱਸ ਕੇ ਸਮਝਣਾ ਹੋਵੇ ਤਾਂ ਪਹਿਲਾਂ 2 ਬਿੰਦੂਆਂ ਭਾਵ ਭਾਰਤ 'ਚ ਨਸ਼ਾ ਹੈ ਅਤੇ ਨਸ਼ੇ ਦਾ ਕਾਰਨ ਵੀ ਹੈ, ਇਸ 'ਤੇ ਕੋਈ ਵਿਵਾਦ ਨਹੀਂ ਹੈ। ਪਰ ਬਾਅਦ ਦੇ 2 ਸੱਚਾਂ ਨੂੰ ਜੇਕਰ ਅਸੀਂ ਵੇਖੀਏ ਤਾਂ ਬੇਹੱਦ ਘੱਟ ਲੋਕ ਹਨ ਜੋ ਨਸ਼ੇ ਦੇ ਨਿਵਾਰਨ ਦਾ ਰਸਤਾ ਅਪਣਾਉਂਦੇ ਹਨ ਅਤੇ ਇਸ ਦਾ ਨਿਵਾਰਨ ਮੁਕੰਮਲ ਤੌਰ 'ਤੇ ਕਰਦੇ ਹਨ। ਡੈਂਡੀ ਪਹਿਰਾ ਕਿਸੇ ਪਰਿਵਾਰ ਦਾ ਪੁੱਤਰ ਜਾਂ ਧੀ ਨਸ਼ੇ ਦੇ ਦਲਦਲ 'ਚ ਫਸ ਜਾਂਦੇ ਹਨ ਤਾਂ ਸਿਰਫ
ਉਹ ਵਿਅਕਤੀ ਨਹੀਂ ਸਗੋਂ ਉਸ ਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਡੰਡੀ ਡਰੱਗਜ਼ ਅਤੇ ਨਸ਼ਾ ਅਜਿਹਾ ਭਿਆਨਕ ਰੋਗ ਹੈ ਜੋ ਚੰਗੇ ਭਲਿਆਂ ਨੂੰ ਹਿਲਾ ਦਿੰਦਾ ਹੈ। ਡੰਡੀ ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸਤਿਕਾਰਯੋਗ ਨਰਿੰਦਰ ਮੋਦੀ ਜੀ ਦਾ ਇੱਕ ਕਿੱਸਾ ਮੈਨੂੰ ਪੜ੍ਹਨ ਨੂੰ ਮਿਲਿਆ। ਡੰਡੀ ਇਸ ਕਿੱਸੇ 'ਚ ਪ੍ਰਧਾਨ ਮੰਤਰੀ ਲਿਖਦੇ ਹਨ ਕਿ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਦੇ ਰੂਪ 'ਚ ਕੰਮ ਕਰਦਾ ਸੀ ਤਾਂ ਕਈ ਵਾਰ ਮੈਨੂੰ ਚੰਗੇ ਚੰਗੇ ਅਫਸਰ ਮਿਲਣ ਆਉਂਦੇ ਸਨ ਅਤੇ ਛੁੱਟੀ ਮੰਗਦੇ ਸਨ ਤਾਂ ਮੈਂ ਪੁੱਛਦਾ ਸੀ ਕਿ ਕਿਉਂ। ਪਹਿਲਾਂ ਤਾਂ ਉਹ ਬੋਲਦੇ ਨਹੀਂ ਸਨ ਪਰ ਜਰਾ ਪਿਆਰ ਨਾਲ ਗੱਲ ਕਰਦਾ ਸੀ ਤਾਂ ਦੱਸਦੇ ਸਨ ਕਿ ਪੁੱਤਰ ਬੁਰੀ ਚੀਜ਼ 'ਚ ਫਸ ਗਿਆ ਹੈ। ਡੰਡੀ ਉਸ ਨੂੰ ਬਾਹਰ ਕੱਢਣ ਲਈ ਇਹ ਸਭ ਛੱਡ ਕੇ ਮੈਨੂੰ ਉਸ ਦੇ ਨਾਲ ਰਹਿਣਾ ਪਵੇਗਾ ਅਤੇ ਮੈਂ ਵੇਖਿਆ ਸੀ ਕਿ ਜਿਨ੍ਹਾਂ ਨੂੰ ਮੈਂ ਬਹੁਤ ਬਹਾਦਰ ਅਫਸਰ ਮੰਨਦਾ ਸੀ ਉਹਨਾਂ ਦਾ ਵੀ ਸਿਰਫ ਰੋਣਾ ਹੀ ਬਾਕੀ ਰਹਿ ਜਾਂਦਾ ਸੀ। ਡੰਡੀ ਇਹ ਸਮੱਸਿਆ ਦੀ ਚਿੰਤਾ ਸਮਾਜਿਕ ਸੰਕਟ ਦੇ ਰੂਪ 'ਚ ਕਰਨੀ ਹੋਵੇਗੀ। ਡੰਡੀ ਅਸੀਂ ਜਾਣਦੇ ਹਾਂ ਕਿ ਇੱਕ ਬੱਚਾ ਜਦੋਂ ਇਸ ਬੁਰਾਈ ਵਿੱਚ ਫਸਦਾ ਹੈ ਤਾਂ ਅਸੀਂ ਉਸ ਬੱਚੇ ਨੂੰ ਦੋਸ਼ੀ ਮੰਨਦੇ ਹਾਂ ਜਦ ਕਿ ਸੱਚ ਇਹ ਹੈ ਕਿ ਨਸ਼ਾ ਭੈੜਾ ਹੈ। ਡੰਡੀ ਬੱਚਾ ਭੈੜਾ ਨਹੀਂ ਹੈ, ਨਸ਼ੇ ਦੀ ਭੈੜੀ ਆਦਤ ਬੁਰੀ ਹੈ। ਡੰਡੀ ਅਸੀਂ ਆਦਤ ਨੂੰ ਭੈੜਾ ਮੰਨੀਏ, ਨਸ਼ੇ ਨੂੰ ਭੈੜਾ ਮੰਨੀਏ ਅਤੇ ਉਸ ਤੋਂ ਦੂਰ ਰੱਖਣ ਦੇ ਰਸਤੇ ਲੱਭੀਏ। ਡੰਡੀ ਜੇਕਰ ਅਸੀਂ ਬੱਚੇ ਨੂੰ ਦੁਰਕਾਰ ਦੇਵਾਂਗੇ ਤਾਂ ਉਹ ਹੋਰ ਨਸ਼ਾ ਕਰਨ ਲੱਗ ਜਾਵੇਗਾ। ਡੰਡੀ ਇਹ ਆਪਣੇ ਆਪ 'ਚ ਇੱਕ ਮਨੋਵਿਗਿਆਨਕ, ਸਮਾਜਿਕ ਅਤੇ ਡਾਕਟਰੀ ਸਮੱਸਿਆ ਹੈ ਅਤੇ ਉਸ ਨੂੰ ਸਾਨੂੰ ਮਨੋਵਿਗਿਆਨਕ, ਸਮਾਜਿਕ ਅਤੇ ਡਾਕਟਰੀ ਸਮੱਸਿਆ ਦੇ ਰੂਪ 'ਚ ਹੀ ਵੇਖਣਾ ਪਵੇਗਾ। ਡੰਡੀ ਨਸ਼ਾ ਇੱਕ ਇਨਸਾਨ ਨੂੰ ਹਨੇਰੀ ਗਲੀ 'ਚ ਲੈ ਜਾਂਦਾ ਹੈ, ਤਬਾਹੀ ਦੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੰਦਾ ਹੈ ਅਤੇ ਉਸ ਦੇ ਬਾਅਦ ਉਸ ਵਿਅਕਤੀ ਦੀ ਜ਼ਿੰਦਗੀ 'ਚ ਬਰਬਾਦੀ ਦੇ ਇਲਾਵਾ ਕੁਝ ਨਹੀਂ ਬਚਦਾ। ਡੰਡੀ ਸਟਾਰਟ। ਖਾਸ ਕਰਕੇ ਉਦੋਂ ਜਦੋਂ ਉਹ ਦਰਜਨਾਂ ਦੀ ਗਿਣਤੀ 'ਚ ਛੱਡੇ ਜਾਣ। ਡੰਡੀ ਇਹ ਡਰੋਨ ਦੂਰ ਬੈਠੇ ਵਰਤੋਂ 'ਚ ਲਿਆਂਦੇ ਜਾਂਦੇ ਹਨ। ਡੰਡੀ ਇਸ ਲਈ ਉਹਨਾਂ ਨੂੰ ਚਲਾਉਣ ਵਾਲੇ ਨੂੰ ਫੜਨਾ ਵੀ ਔਖਾ ਹੈ। ਡੰਡੀ ਜਦੋਂ ਤੱਕ ਡਰੋਨ ਰਾਹੀਂ ਹਰੇਕ ਹਮਲੇ ਨੂੰ ਭਾਵੇਂ ਉਹ ਇਕੱਲੇ ਡਰੋਨ ਰਾਹੀਂ ਕੀਤਾ ਜਾਵੇ, ਭਾਵੇਂ ਉਹ 10, 20, 100, 1000 ਦੇ ਫਾਰਮੇਸ਼ਨ 'ਚ ਕੀਤਾ ਜਾਵੇ, ਨਸ਼ਟ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਵਿਰੁੱਧ ਤਕਨੀਕ ਅਪਣਾ ਕੇ ਉਹਨਾਂ ਨੂੰ ਦੂਸਰੀ ਦਿਸ਼ਾ 'ਚ ਨਹੀਂ ਮੋੜਿਆ ਜਾਂਦਾ, ਉਦੋਂ ਤੱਕ ਡਰੋਨ ਹਮਲਿਆਂ ਨੂੰ ਰੋਕਣਾ ਇੱਕ ਤਰ੍ਹਾਂ ਕੀੜੀਆਂ ਨੂੰ ਦਰੜਨ ਲਈ ਹਾਥੀਆਂ ਦੀ ਵਰਤੋਂ ਕਰਨੀ ਹੈ ਅਤੇ ਫਿਰ ਇਹ ਕੀੜੀਆਂ ਬਚ ਕੇ ਨਿਕਲ ਜਾਂਦੀਆਂ ਹਨ। ਡੰਡੀ ਤੁਹਾਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਅਫਗਾਨਿਸਤਾਨ 'ਚ ਅੱਤਵਾਦ ਵਿਰੁੱਧ ਜੰਗ 'ਚ ਕਿਹਾ ਸੀ ਕਿ ਭਵਿੱਖ 'ਚ ਡਰੋਨ ਹਮਲਿਆਂ ਰਾਹੀਂ ਅੱਤਵਾਦੀ ਹਮਲੇ ਕੀਤੇ ਜਾਣਗੇ। ਡੰਡੀ ਸਤੰਬਰ 2019 'ਚ ਈਰਾਨ ਸਮਰਥਕ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਅਰਾਮਕੋ
ਤੇਲ ਸੋਧਕ ਪਲਾਂਟ ਤੇ ਡਰੋਨ ਰਾਹੀਂ ਹਮਲਾ ਕੀਤਾ ਸੀ ਅਤੇ ਇਸ ਹਮਲੇ ਨੇ ਸਾਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਸੀ। ਡੰਡੀ। ਇਸ ਦੇ ਬਾਅਦ ਅਮਰੀਕਾ ਨੇ ਡਰੋਨ ਹਮਲਾ ਕਰਕੇ ਈਰਾਨ ਦੇ ਫੌਜ ਮੁਖੀ ਕਾਸਮ ਸੁਲੇਮਾਨੀ ਨੂੰ ਜਨਵਰੀ 2020 'ਚ ਮਾਰ ਮੁਕਾਇਆ ਸੀ। ਡੰਡੀ। ਭਾਰਤ 'ਤੇ ਹਜ਼ਾਰਾਂ ਜ਼ਖਮ ਕਰਨ ਦੀ ਰਣਨੀਤੀ ਅਪਣਾਉਣ ਰਾਹੀਂ ਭਾਰਤ ਅੱਤਵਾਦੀਆਂ ਦੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਡੰਡੀ। ਭੁੱਟੋ ਦੀ ਰਣਨੀਤੀ ਦਾ ਹਿੱਸਾ ਸੀ ਕਿ ਸਰਹੱਦ ਪਾਰੋਂ ਅੱਤਵਾਦ ਦੇ ਰਾਹੀਂ ਭਾਰਤ 'ਤੇ ਹਮਲੇ ਕੀਤੇ ਜਾਣਗੇ। ਡੰਡੀ। ਬਾਅਦ 'ਚ ਜ਼ਿਆ ਉਲ ਹੱਕ ਨੇ ਇਸ ਨੂੰ ਹੋਰ ਵਧਾ ਦਿੱਤਾ। ਡੰਡੀ। ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਇਜ਼ਰਾਈਲ ਦੇ ਬਾਅਦ ਲਗਾਤਾਰ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਡੰਡੀ। ਦੂਸਰੇ ਪਾਸੇ ਗਲਵਾਨ ਘਾਟੀ 'ਚ ਚੀਨ ਦੇ ਨਾਲ ਟਕਰਾਅ ਚੱਲ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਡਰੋਨ ਹਮਲਿਆਂ ਦੇ ਮੱਦੇਨਜ਼ਰ ਭਾਰਤ ਲਈ ਆਉਣ ਵਾਲਾ ਸਮਾਂ ਔਖਾ ਹੋਵੇਗਾ। ਡੰਡੀ। ਅਜਿਹੇ ਹਮਲਿਆਂ 'ਚ ਭਾਰਤ ਪਾਕਿਸਤਾਨ 'ਤੇ ਉਂਗਲੀ ਵੀ ਉਠਾ ਸਕਦਾ ਹੈ, ਪਰ ਭਾਰਤ ਨੂੰ ਵੀ ਆਪਣੀ ਰਣਨੀਤੀ ਬਣਾਉਣੀ ਹੋਵੇਗੀ। ਡੰਡੀ। ਕਸ਼ਮੀਰ ਇੱਕ ਅਜਿਹੀ ਜੰਗ ਹੈ ਜਿਸ 'ਚ ਕੋਈ ਜੇਤੂ ਨਹੀਂ ਹੈ। ਡੰਡੀ। ਭਾਰਤ ਸਰਕਾਰ ਦੀਆਂ ਨੀਤੀਆਂ ਪ੍ਰਤੀ ਕਸ਼ਮੀਰੀਆਂ 'ਚ ਸ਼ੱਕ ਅਤੇ ਬੇਭਰੋਸਗੀ ਕਹੋ ਜਾਂ ਕੁਝ ਹੋਰ, ਪਰ ਸੱਚ ਇਹ ਹੈ ਕਿ ਕਸ਼ਮੀਰ 'ਚ ਜ਼ਿਆਦਾਤਰ ਲੋਕ ਭਾਰਤ ਨੂੰ ਪਸੰਦ ਨਹੀਂ ਕਰਦੇ ਹਨ। ਡੰਡੀ। ਇੱਕ ਕਸ਼ਮੀਰੀ ਨੇਤਾ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦੀਆਂ ਨੂੰ ਕਿਵੇਂ ਮਾਰਨਾ ਹੈ, ਪਰ ਅਸੀਂ ਇਹ ਨਹੀਂ ਜਾਣਦੇ ਕਿ ਇੱਕ ਨੌਜਵਾਨ ਨੂੰ ਕੱਟੜਪੰਥੀ ਬਣਨ ਤੋਂ ਕਿਵੇਂ ਰੋਕਿਆ ਜਾਵੇ, ਕਿਉਂਕਿ ਕਸ਼ਮੀਰ 'ਚ ਅਜਿਹੇ ਅਨੇਕਾਂ ਨਿਹੱਤ ਸਵਾਰਥੀ ਤੱਤ ਹਨ ਜੋ ਚਾਹੁੰਦੇ ਹਨ ਕਿ ਨੌਜਵਾਨ ਕੱਟੜਪੰਥੀ ਬਣਨ। ਡੰਡੀ। ਮਦਰਸਿਆਂ, ਸਕੂਲਾਂ ਅਤੇ ਮਸਜਿਦਾਂ 'ਚ ਵਧੇਰੇ ਅਧਿਆਪਕ ਭਾਰਤੀ ਰਾਜ ਵਿਰੁੱਧ ਜ਼ਹਿਰ ਉਗਲਦੇ ਰਹਿੰਦੇ ਹਨ, ਜਿਸ ਨਾਲ ਨੌਜਵਾਨ ਕੱਟੜਪੰਥੀ ਬਣਦੇ ਜਾ ਰਹੇ ਹਨ। ਡੰਡੀ। ਕਿਸੇ ਵੀ ਅੱਤਵਾਦ ਵਿਰੋਧੀ ਕਾਰਵਾਈ ਦੇ ਸਫਲ ਹੋਣ ਲਈ ਠੋਸ ਰਣਨੀਤੀ ਜ਼ਰੂਰੀ ਹੈ ਅਤੇ ਤਦ ਤੱਕ ਅਜਿਹੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ ਜਦੋਂ ਤੱਕ ਟੀਚੇ ਦੀ ਪ੍ਰਾਪਤੀ ਨਾ ਹੋਵੇ। ਡੰਡੀ। ਜੋ ਰਾਟਰ ਖਤਰੇ ਦੀ ਪਛਾਣ ਕਰਨ 'ਚ ਸਫਲ ਹੁੰਦਾ ਹੈ, ਉਹ ਰਾਟਰ ਅਜਿਹੇ ਖਤਰਿਆਂ ਤੋਂ ਬਚ ਸਕਦਾ ਹੈ। ਡੰਡੀ। ਪਰ ਸਰਕਾਰ ਚੱਲੀ ਕੁੱਲ 343 ਦਿਨ। ਡੰਡੀ। ਹੁਣ ਵਾਰੀ ਸੀ ਚੰਦਰ ਸ਼ੇਖਰ ਦੀ। ਡੰਡੀ। ਕਾਂਗਰਸ ਨੇ ਬਾਹਰੋਂ ਸਮਰਥਨ ਦਿੱਤਾ, ਪਰ 10 ਜਨਪਥ ਦੇ ਬਾਹਰ ਹਰਿਆਣਾ ਪੁਲਿਸ ਦੇ 2 ਜਵਾਨਾਂ ਦੀ ਗਸ਼ਤ ਨੂੰ ਬਹਾਨਾ ਬਣਾ ਕੇ ਕਾਂਗਰਸ ਨੇ ਸਰਕਾਰ ਡੇਗ ਦਿੱਤੀ, ਜੋ ਚੱਲੀ ਕੁੱਲ 223 ਦਿਨ। ਡੰਡੀ। 1996 'ਚ HD ਦੇਵਗੌੜਾ ਲੈਫਟ ਅਤੇ ਕਾਂਗਰਸ ਦੇ ਸਹਿਯੋਗ ਨਾਲ 324 ਦਿਨ ਪ੍ਰਧਾਨ ਮੰਤਰੀ ਰਹੇ। ਡੰਡੀ। ਉਹ ਹਟੇ ਤਾਂ ਇੰਦਰਾ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਬਣੇ ਤਾਂ 332 ਦਿਨ ਸੱਤਾ ਦਾ ਸੁੱਖ ਭੋਗਿਆ। ਡੰਡੀ। ਭਾਵ ਦੇਸ਼ ਨੇ 6 ਪ੍ਰਧਾਨ ਮੰਤਰੀ ਦੇਖੇ ਜੋ ਕੁੱਲ ਮਿਲਾ ਕੇ ਸੱਤਾ 'ਚ 6 ਸਾਲ ਰਹੇ। ਭਾਵ ਇੱਕ ਦੇ ਹਿੱਸੇ 'ਚ ਸੱਤਾ ਦਾ ਇੱਕ ਸਾਲ ਹੀ ਆਇਆ। ਡੰਡੀ। ਭਾਰਤ ਦੇ ਵੋਟਰਾਂ ਨੂੰ ਇਹ ਸਭ ਯਾਦ ਹੈ, ਇਸ ਲਈ PK ਨਵੇਂ ਫਾਰਮੂਲੇ ਦੀ ਗੱਲ ਕਰ ਰਹੇ ਹਨ। ਡੰਡੀ। ਪਰ ਅਜਿਹਾ ਵੀ ਨਹੀਂ ਹੈ ਕਿ ਦੇਸ਼ 'ਚ ਗੱਠਜੋੜ ਦੀਆਂ ਸਰਕਾਰਾਂ ਬਿਲਕੁਲ ਵੀ ਨਹੀਂ
ਚੱਲੀਆਂ ਹਨ ਡੰਡੀ। 1991 ਤੋਂ 1996 ਤੱਕ ਨਰਸਿਮਹਾ ਰਾਓ ਦੀ ਘੱਟ ਗਿਣਤੀ ਗੱਠਜੋੜ ਸਰਕਾਰ ਸੱਤਾ 'ਚ ਰਹੀ, ਜਿਸ ਨੇ ਸਭ ਤੋਂ ਸ਼ਾਨਦਾਰ ਆਰਥਿਕ ਸੁਧਾਰ ਕੀਤੇ ਡੰਡੀ। 1998 ਤੋਂ ਲੈ ਕੇ 2004 ਤੱਕ ਅਟਲ ਬਿਹਾਰੀ ਵਾਜਪਾਈ ਨੇ 23 ਪਾਰਟੀਆਂ ਦੇ ਨਾਲ ਸਰਕਾਰ ਚਲਾਈ ਡੰਡੀ। ਇਸ ਸਰਕਾਰ ਨੇ ਦੇਸ਼ ਨੂੰ ਆਧੁਨਿਕ ਹਾਈਵੇ ਦਿੱਤੇ ਡੰਡੀ। 2004 ਤੋਂ 2014 ਤੱਕ ਡਾਕਟਰ ਮਨਮੋਹਨ ਸਿੰਘ ਨੇ ਵੀ 26 ਪਾਰਟੀਆਂ ਦੀ ਗੱਠਜੋੜ ਸਰਕਾਰ ਚਲਾਈ ਡੰਡੀ। ਮਨਰੇਗਾ ਤੋਂ ਲੈ ਕੇ ਭੋਜਨ ਦਾ ਅਧਿਕਾਰ, ਅਮਰੀਕਾ ਨਾਲ ਪਰਮਾਣੂ ਕਰਾਰ ਤੋਂ ਲੈ ਕੇ ਦਰਜਨਾਂ ਆਰਥਿਕ ਸੁਧਾਰ ਇਸ ਸਰਕਾਰ ਦੀ ਖਾਸੀਅਤ ਰਹੀ ਡੰਡੀ। ਪਹਿਲਾ ਫਾਰਮੂਲਾ ਦਰਅਸਲ ਲੋਕ ਸਭਾ ਸੀਟਾਂ ਦੀ ਹਾਰ ਜਿੱਤ ਦੇ ਅੰਕੜਿਆਂ 'ਤੇ ਆਧਾਰਿਤ ਹੈ ਡੰਡੀ। ਇਸ 'ਚ ਬਹੁਤ ਅਗਰ ਮਗਰ ਹੈ, ਭਾਵ ਮੁਸ਼ਕਲ ਡਗਰ ਹੈ ਡੰਡੀ। ਕਾਂਗਰਸ ਹੀ ਇਕੱਲੀ ਅਜਿਹੀ ਪਾਰਟੀ ਹੈ ਜੋ ਪੂਰੇ ਭਾਰਤ 'ਚ ਹਰ ਸੂਬੇ 'ਚ ਕਦੇ ਨਾ ਕਦੇ ਰਾਜ ਕਰ ਚੁੱਕੀ ਹੈ ਡੰਡੀ। ਬੇਸ਼ੱਕ 2014 'ਚ ਉਸ ਨੂੰ 44 ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ 52 ਸੀਟਾਂ ਮਿਲੀਆਂ ਹੋਣ, ਪਰ ਉਸ ਨੂੰ ਲਗਭਗ 19% ਵੋਟਾਂ ਮਿਲੀਆਂ, ਭਾਵ ਲਗਭਗ 12 ਕਰੋੜ ਵੋਟਾਂ ਡੰਡੀ। ਅੱਜ ਵੀ ਲੋਕ ਸਭਾ ਦੀਆਂ 204 ਸੀਟਾਂ ਅਜਿਹੇ ਸੂਬਿਆਂ 'ਚ ਹਨ ਜਿੱਥੇ ਕਾਂਗਰਸ ਜਾਂ ਤਾਂ ਸੱਤਾ 'ਚ ਹੈ ਜਾਂ ਪ੍ਰਮੁੱਖ ਵਿਰੋਧੀ ਪਾਰਟੀ ਹੈ ਡੰਡੀ। ਦੇਸ਼ ਦੀ ਲੋਕ ਸਭਾ ਦੀਆਂ 543 ਸੀਟਾਂ 'ਚੋਂ 150 ਸੀਟਾਂ 'ਤੇ ਗੈਰ ਕਾਂਗਰਸ, ਗੈਰ ਭਾਜਪਾ ਪਾਰਟੀਆਂ ਦਾ ਕਬਜ਼ਾ ਹੈ ਡੰਡੀ। ਇਹਨਾਂ 'ਚ ਬੰਗਾਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ ਸ਼ਾਮਲ ਹੈ ਡੰਡੀ। ਇਹ ਪਾਰਟੀਆਂ ਚੋਣ ਨਤੀਜੇ ਪੱਖ 'ਚ ਆਉਣ 'ਤੇ ਕਾਂਗਰਸ ਨਾਲ ਆ ਸਕਦੀਆਂ ਹਨ ਡੰਡੀ। ਹੁਣ ਬਚੀਆਂ 400 ਸੀਟਾਂ ਡੰਡੀ। ਇਹਨਾਂ 400 ਸੀਟਾਂ 'ਚੋਂ ਕਾਂਗਰਸ ਨੂੰ 125 ਸੀਟਾਂ 'ਤੇ ਜ਼ੋਰ ਲਗਾਉਣਾ ਹੈ ਅਤੇ ਭਾਜਪਾ ਨੂੰ 400 'ਚੋਂ 275 ਸੀਟਾਂ ਕੱਢਣੀਆਂ ਹਨ ਡੰਡੀ। ਇਹਨਾਂ 400 ਸੀਟਾਂ 'ਚੋਂ 150 ਸੀਟਾਂ ਅਜਿਹੀਆਂ ਹਨ ਜਿੱਥੇ ਕਾਂਗਰਸ ਅਤੇ ਭਾਜਪਾ ਦਰਮਿਆਨ ਸਿੱਧਾ ਮੁਕਾਬਲਾ ਹੈ ਅਤੇ ਇੱਥੇ ਭਾਜਪਾ ਦੇ ਪੱਖ 'ਚ ਸਟਰਾਈਕ ਰੇਟ 80% ਤੋਂ ਵੱਧ ਹੈ ਡੰਡੀ। ਦੂਸਰਾ ਫਾਰਮੂਲਾ ਹੈ ਕਾਂਗਰਸ ਤੈਅ ਕਰੇ ਕਿ ਉਸ ਨੇ ਕਿੱਥੇ ਕਿੱਥੇ ਤਾਕਤ ਨਹੀਂ ਲਗਾਉਣੀ ਹੈ ਡੰਡੀ। ਇਸੇ ਤਰ੍ਹਾਂ ਹੋਰ ਵਿਰੋਧੀ ਖੇਤਰੀ ਪਾਰਟੀਆਂ ਵੀ ਤੈਅ ਕਰਨ ਕਿ ਉਹਨਾਂ ਨੇ ਕਿੱਥੇ ਕਿੱਥੇ ਤਾਕਤ ਨਹੀਂ ਲਗਾਉਣੀ ਹੈ ਡੰਡੀ। ਇਸ ਫਾਰਮੂਲੇ ਦਾ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਐਂਟੀ ਮੋਦੀ ਵੋਟਾਂ ਟੁੱਟਣ ਨਾ ਡੰਡੀ। ਤੀਸਰਾ ਫਾਰਮੂਲਾ ਇਹੀ ਹੈ ਕਿ ਜੋ ਕਾਂਗਰਸ ਦਾ ਤਾਮਿਲਨਾਡੂ ਨੂੰ ਲੈ ਕੇ ਫਾਰਮੂਲਾ ਹੈ ਡੰਡੀ, ਭਾਵ ਕਾਂਗਰਸੀ ਸਹਿਯੋਗੀ ਦੇ ਰੂਪ 'ਚ ਰਹੇ, ਲੀਡਰ ਦੇ ਰੂਪ 'ਚ ਨਹੀਂ ਡੰਡੀ। ਤਾਮਿਲਨਾਡੂ ਕਾਂਗਰਸ DMK ਦੇ ਨਾਲ ਚੋਣ ਲੜਦੀ ਹੈ ਡੰਡੀ। DMK ਤੈਅ ਕਰਦਾ ਹੈ ਕਿ ਕਾਂਗਰਸ ਨੂੰ ਵਿਧਾਨ ਸਭਾ 'ਚ ਕਿੰਨੀਆਂ ਅਤੇ ਲੋਕ ਸਭਾ 'ਚ ਕਿੰਨੀਆਂ ਸੀਟਾਂ ਲੜਨ ਲਈ ਮਿਲਣਗੀਆਂ ਡੰਡੀ। ਅਜਿਹਾ ਹੀ ਕੁਝ ਝਾਰਖੰਡ 'ਚ ਹੈ ਜਿੱਥੇ ਘੱਟ ਤੋਂ ਘੱਟ ਵਿਧਾਨ ਸਭਾ 'ਚ ਜੋ ਹਿਮਿੰਦਰ ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ ਨੇ ਤੈਅ ਕੀਤਾ ਉਸ ਨੂੰ ਕਾਂਗਰਸ ਨੇ ਮੰਨ ਲਿਆ ਤਾਂ ਕਾਂਗਰਸ ਛੱਡ ਕੇ ਗਏ ਜਗਮੋਹਨ ਰੈਡੀ, KCR, ਮਮਤਾ ਅਤੇ ਸ਼ਰਦ ਪਵਾਰ ਦੇ ਨਾਲ ਕਾਂਗਰਸ ਅਜਿਹਾ ਹੀ ਕੁਝ ਤੈਅ ਕਰ ਸਕਦੀ ਹੈ ਡੰਡੀ। ਇਸ ਨਾਲ 150 ਲੋਕ ਸਭਾ ਸੀਟਾਂ
ਅਸਿੱਧੇ ਢੰਗ ਨਾਲ ਕਾਂਗਰਸ ਦੀ ਝੋਲੀ 'ਚ ਆ ਸਕਦੀਆਂ ਹਨ ਡੰਡੀ। ਨਾਲ ਹੀ ਕਾਂਗਰਸ ਨੂੰ ਪੁਰਾਣੇ ਸਾਥੀ ਵੀ ਵਾਪਸ ਮਿਲ ਜਾਣਗੇ ਅਤੇ ਉਹਨਾਂ ਦਾ ਸਿਆਸੀ ਕੱਦ ਵੱਧ ਜਾਵੇਗਾ ਡੰਡੀ। ਪਰ ਚੌਥਾ ਫਾਰਮੂਲਾ ਸੜਕ ਦਾ ਹੈ ਜੋ ਸੰਸਦ ਤੱਕ ਜਾਂਦੀ ਵੀ ਹੈ ਅਤੇ ਨਹੀਂ ਵੀ ਜਾਂਦੀ ਡੰਡੀ। ਇਹ ਫਾਰਮੂਲਾ ਸੰਘਰਸ਼ 'ਤੇ ਆਧਾਰਿਤ ਹੈ ਡੰਡੀ। ਕਾਂਗਰਸ ਸਮੇਤ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਸੜਕ 'ਤੇ ਉਤਰ ਜਾਣ ਡੰਡੀ। ਕਰੋਨਾ ਨੂੰ ਲੈ ਕੇ ਮੋਦੀ ਸਰਕਾਰ ਦੀ ਅਸਫਲਤਾ ਅਤੇ ਮਹਿੰਗਾਈ ਮੁੱਖ ਮੁੱਦੇ ਹੋਣ ਡੰਡੀ। ਬੇਰੁਜ਼ਗਾਰੀ ਵੱਧਦੀ ਗਰੀਬੀ ਪਰਿਵਾਰਾਂ ਦੀ ਆਮਦਨ ਘੱਟ ਹੋਣੀ ਇਹ ਸਭ ਕਰੋਨਾ ਅਸਫਲਤਾ ਤਹਿਤ ਆ ਜਾਵੇਗਾ ਡੰਡੀ। ਰੋਜ਼ ਧਰਨੇ ਹੋਣ, ਰੋਸ ਵਿਖਾਵੇ ਹੋਣ, ਜਨਤਾ ਦੇ ਸਹਿਯੋਗ ਨਾਲ ਲੋਕ ਅੰਦੋਲਨ ਚੱਲਣ ਡੰਡੀ। ਇਸ 'ਚ ਵੱਖ ਵੱਖ ਸੂਬਿਆਂ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੰਚ 'ਤੇ ਆਉਣ ਡੰਡੀ। ਕੋਈ ਸ਼ਮਿਆਨੇ ਦਾ ਪ੍ਰਬੰਧ ਕਰੇ ਅਤੇ ਕੋਈ ਦਰੀਆਂ ਵਿਛਾਵੇ ਡੰਡੀ। ਨੌਜਵਾਨਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨ 'ਚ ਮੀਡੀਆ ਦੀ ਅਹਿਮ ਭੂਮਿਕਾ ਹੈ ਅਤੇ ਮੀਡੀਆ ਆਪਣਾ ਇਹ ਰੋਲ ਬਾਖੂਬੀ ਨਿਭਾ ਰਿਹਾ ਹੈ ਡੰਡੀ। ਅੱਜ ਮੀਡੀਆ ਨੂੰ ਨੌਜਵਾਨਾਂ ਦਾ ਠੀਕ ਮਾਰਗਦਰਸ਼ਕ ਬਣ ਕੇ ਉਹਨਾਂ ਨੂੰ ਮੁੱਖ ਧਾਰਾ 'ਚ ਜੋੜਨ ਦੀ ਲੋੜ ਹੈ ਡੰਡੀ। 18ਵੀਂ ਸ਼ਤਾਬਦੀ ਦੇ ਬਾਅਦ ਤੋਂ ਖਾਸ ਕਰ ਅਮਰੀਕੀ ਆਜ਼ਾਦੀ ਅੰਦੋਲਨ ਅਤੇ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਜਨਤਾ ਤੱਕ ਪੁੱਜਣ ਅਤੇ ਉਹਨਾਂ ਨੂੰ ਜਾਗਰੂਕ ਕਰਕੇ ਸਮਰਥਵਾਨ ਬਣਾਉਣ ਵਿੱਚ ਮੀਡੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਡੰਡੀ। ਮੀਡੀਆ ਜੇਕਰ ਹਾਂ ਪੱਖੀ ਭੂਮਿਕਾ ਅਦਾ ਕਰੇ ਤਾਂ ਕਿਸੇ ਵੀ ਵਿਅਕਤੀ, ਸੰਸਥਾ, ਸਮੂਹ ਅਤੇ ਦੇਸ਼ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਤੌਰ 'ਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ ਡੰਡੀ। ਵਰਤਮਾਨ ਸਮੇਂ 'ਚ ਮੀਡੀਆ ਦੀ ਉਪਯੋਗਤਾ, ਮਹੱਤਤਾ ਅਤੇ ਭੂਮਿਕਾ ਲਗਾਤਾਰ ਵੱਧਦੀ ਜਾ ਰਹੀ ਹੈ ਡੰਡੀ। ਮੀਡੀਆ ਸਮਾਜ ਨੂੰ ਅਨੇਕ ਪ੍ਰਕਾਰ ਦੀ ਅਗਵਾਈ ਮੁਹੱਈਆ ਕਰਦਾ ਹੈ ਡੰਡੀ। ਇਸ ਨਾਲ ਸਮਾਜ ਦੀ ਵਿਚਾਰਧਾਰਾ ਪ੍ਰਭਾਵਿਤ ਹੁੰਦੀ ਹੈ ਡੰਡੀ। ਮੀਡੀਆ ਨੂੰ ਪ੍ਰੇਰਕ ਦੀ ਭੂਮਿਕਾ 'ਚ ਵੀ ਮੌਜੂਦ ਹੋਣਾ ਚਾਹੀਦਾ ਹੈ, ਜਿਸ ਦੇ ਨਾਲ ਸਮਾਜ ਅਤੇ ਸਰਕਾਰਾਂ ਨੂੰ ਪ੍ਰੇਰਨਾ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇ ਡੰਡੀ। ਮੀਡੀਆ ਸਮਾਜ ਦੇ ਵੱਖਰੇ ਵਰਗਾਂ 'ਚ ਹਿੱਤਾਂ ਦਾ ਰੱਖਿਅਕ ਵੀ ਹੁੰਦਾ ਹੈ ਡੰਡੀ। ਇਹ ਸਮਾਜ ਦੀ ਨੀਤੀ, ਪਰੰਪਰਾਵਾਂ, ਮਾਨਤਾਵਾਂ, ਸੱਭਿਅਤਾ ਅਤੇ ਸੱਭਿਆਚਾਰ ਦੇ ਪਹਿਰੇਦਾਰ ਦੇ ਰੂਪ 'ਚ ਵੀ ਭੂਮਿਕਾ ਨਿਭਾਉਂਦਾ ਹੈ ਡੰਡੀ। ਅੱਜ ਨਸ਼ਾ ਦੇਸ਼ ਦੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ ਡੰਡੀ। ਸਮਾਜ ਦੇ ਨਸ਼ੇ ਦੇ ਖਾਤਮੇ ਲਈ ਸਮਾਜਿਕ ਚੇਤਨਾ ਪੈਦਾ ਕਰਨ ਦੀ ਲੋੜ ਹੈ ਅਤੇ ਇਹ ਕਾਰਜ ਮੀਡੀਆ ਦੁਆਰਾ ਹੀ ਸੰਭਵ ਹੈ ਡੰਡੀ। ਨਸ਼ੇ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਹੋਵੇਗਾ ਤਾਂ ਕਿ ਨਸ਼ਾ ਮੁਕਤੀ ਸਮਾਜ ਦੀ ਰਚਨਾ ਕੀਤੀ ਜਾ ਸਕੇ ਡੰਡੀ। ਇੱਕ ਰਿਪੋਰਟ ਦੇ ਅਨੁਸਾਰ ਭਾਰਤ 'ਚ ਇੱਕ ਦਿਨ 'ਚ 11 ਕਰੋੜ ਦੀ ਸਿਗਰਟ ਪੀਤੀ ਜਾਂਦੀ ਹੈ ਡੰਡੀ। ਇਸ ਤਰ੍ਹਾਂ ਇੱਕ ਸਾਲ 'ਚ 50 ਅਰਬ ਰੁਪਏ ਸਾਡੇ ਇੱਥੇ ਲੋਕ ਧੂਏ 'ਚ ਉਡਾ ਦਿੰਦੇ ਹਨ ਡੰਡੀ। ਕੁਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਦੋਂ ਜੀਵਨ 'ਚ ਨਿਰਾਸ਼ਾ ਆ ਜਾਂਦੀ ਹੈ, ਅਸਫਲਤਾ ਆ ਜਾਂਦੀ ਹੈ, ਜ਼ਿੰਦਗੀ 'ਚੋਂ ਜਦੋਂ ਕੋਈ ਰਸਤਾ ਨਹੀਂ ਸੁੱਝਦਾ, ਤਦ ਆਦਮੀ ਨਸ਼ੇ ਦੀ ਭੈੜੀ ਆਦਤ 'ਚ ਪੈ ਜਾਂਦਾ ਹੈ ਡੰਡੀ। ਜਿਸ ਦੇ ਜੀਵਨ 'ਚ ਕੋਈ ਮਕਸਦ ਨਹੀਂ ਹੈ, ਟੀਚਾ ਨਹੀਂ ਹੈ, ਇਰਾਦੇ ਨਹੀਂ ਹਨ, ਉੱਥੇ ਡਰੱਗਸ ਦਾ ਪ੍ਰਵੇਸ਼ ਕਰਨਾ ਸੌਖਾ ਹੋ ਜਾਂਦਾ ਹੈ ਡੰਡੀ। ਡਰੱਗਸ ਤੋਂ ਜੇਕਰ ਬਚਣਾ ਹੈ ਅਤੇ ਆਪਣੇ
ਬੱਚੇ ਨੂੰ ਬਚਾਉਣਾ ਹੈ ਤਾਂ ਉਸ ਨੂੰ ਮਕਸਦਵਾਦੀ ਬਣਾਓ, ਕੁਝ ਕਰਨ ਦੇ ਇਰਾਦੇ ਵਾਲਾ ਬਣਾਓ, ਸੁਪਨੇ ਦੇਖਣ ਵਾਲਾ ਬਣਾਓ। ਤੁਸੀਂ ਵੇਖੋ ਫਿਰ ਉਹਨਾਂ ਦਾ ਬਾਕੀ ਚੀਜ਼ਾਂ ਵੱਲ ਮਨ ਨਹੀਂ ਲੱਗੇਗਾ। ਡੰਡੀ। ਇਸ ਲਈ ਮੈਨੂੰ ਸਵਾਮੀ ਵਿਵੇਕਾਨੰਦ ਦੇ ਉਹ ਸ਼ਬਦ ਯਾਦ ਆਉਂਦੇ ਹਨ ਕਿ ਇੱਕ ਵਿਚਾਰ ਨੂੰ ਲੈ ਲਓ, ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਬਣਾ ਲਓ। ਡੰਡੀ। ਉਸ ਦੇ ਬਾਰੇ ਵਿੱਚ ਸੋਚੋ, ਉਸ ਦੇ ਸੁਪਨੇ ਵੇਖੋ। ਡੰਡੀ। ਉਸ ਵਿਚਾਰ ਨੂੰ ਜੀਵਨ ਵਿੱਚ ਉਤਾਰ ਲਓ। ਡੰਡੀ। ਆਪਣੇ ਦਿਮਾਗ, ਮਾਸਪੇਸ਼ੀਆਂ, ਨਸਾਂ, ਸਰੀਰ ਦੇ ਹਰ ਇੱਕ ਹਿੱਸੇ ਨੂੰ ਉਸ ਵਿਚਾਰ ਨਾਲ ਭਰ ਦਿਓ ਅਤੇ ਹੋਰ ਸਾਰੇ ਵਿਚਾਰ ਛੱਡ ਦਿਓ। ਡੰਡੀ। ਵਿਵੇਕਾਨੰਦ ਜੀ ਦਾ ਇਹ ਵਾਕ ਹਰ ਜਵਾਨ ਮਨ ਲਈ ਹੈ। ਡੰਡੀ। ਮਾਤਾ ਪਿਤਾ ਨੂੰ ਵੀ ਸੋਚਣਾ ਹੋਵੇਗਾ ਕਿ ਸਾਡੇ ਕੋਲ ਅੱਜ ਕੱਲ੍ਹ ਸਮਾਂ ਨਹੀਂ ਹੈ। ਡੰਡੀ। ਅਸੀਂ ਬਸ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਦੌੜ ਰਹੇ ਹਾਂ। ਡੰਡੀ। ਆਪਣੇ ਜੀਵਨ ਨੂੰ ਹੋਰ ਚੰਗਾ ਬਣਾਉਣ ਲਈ ਦੌੜ ਰਹੇ ਹਾਂ, ਪਰ ਇਸ ਦੌੜ 'ਚ ਵੀ ਆਪਣੇ ਬੱਚਿਆਂ ਲਈ ਸਾਡੇ ਕੋਲ ਸਮਾਂ ਹੈ ਕਿ ਪ੍ਰਸ਼ਨ ਚਿੰਨ੍ਹ। ਅਸੀਂ ਜ਼ਿਆਦਾਤਰ ਆਪਣੇ ਬੱਚਿਆਂ ਦੇ ਨਾਲ ਉਹਨਾਂ ਦੀ ਲੌਕਿਕ ਤਰੱਕੀ ਦੀ ਹੀ ਚਰਚਾ ਕਰਦੇ ਹਾਂ। ਕਿੰਨੇ ਮਾਰਕਸ ਲਿਆਇਆ, ਐਗਜ਼ਾਮ ਕਿਵੇਂ ਹੋਏ, ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ। ਕਦੇ ਅਸੀਂ ਆਪਣੇ ਬੱਚੇ ਦੀ ਦਿਲ ਦੀ ਗੱਲ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਡੰਡੀ। ਤੁਸੀਂ ਇਹ ਜ਼ਰੂਰ ਕਰੋ। ਡੰਡੀ। ਜੇਕਰ ਬੱਚੇ ਤੁਹਾਡੇ ਨਾਲ ਖੁੱਲ੍ਹਣਗੇ ਤਾਂ ਉੱਥੇ ਕੀ ਚੱਲ ਰਿਹਾ ਹੈ ਇਹ ਤੁਹਾਨੂੰ ਪਤਾ ਲੱਗੇਗਾ। ਡੰਡੀ। ਬੱਚੇ 'ਚ ਬੁਰੀ ਆਦਤ ਅਚਾਨਕ ਨਹੀਂ ਆਉਂਦੀ, ਹੌਲੀ ਹੌਲੀ ਸ਼ੁਰੂ ਹੁੰਦੀ ਹੈ ਅਤੇ ਜਿਵੇਂ ਜਿਵੇਂ ਬੁਰਾਈ ਸ਼ੁਰੂ ਹੁੰਦੀ ਹੈ ਤਾਂ ਉਸਦੇ ਸੁਭਾਅ ਵਿੱਚ ਵੀ ਤਬਦੀਲੀ ਸ਼ੁਰੂ ਹੁੰਦੀ ਹੈ। ਡੰਡੀ। ਉਸ ਤਬਦੀਲੀ ਨੂੰ ਬਰੀਕੀ ਨਾਲ ਵੇਖਣਾ ਚਾਹੀਦਾ ਹੈ। ਡੰਡੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਾਇਕ ਅਕਸਰ ਸਧਾਰਨ ਲੋਕ ਹੁੰਦੇ ਹਨ, ਪਰ ਚੁਣੌਤੀ ਨੂੰ ਝੱਲਣ ਦੇ ਬਾਅਦ ਉਹ ਖਾਸ ਕਾਰਨਾਮੇ ਕਰਦੇ ਹਨ। ਡੰਡੀ। ਮੈਂ ਇਹ ਤਜਵੀਜ਼ਤ ਕਰਨਾ ਚਾਹਾਂਗਾ ਕਿ ਜ਼ਿਆਦਾਤਰ ਮਾਹਿਰ ਅਜਿਹੇ ਲੋਕ ਹੁੰਦੇ ਹਨ ਜੋ ਘਟਨਾ ਹੋਣ ਤੋਂ ਬਾਅਦ ਇਹ ਵਿਆਖਿਆ ਕਰਦੇ ਹਨ ਕਿ ਆਖਰ ਇਹ ਕਿਉਂ ਵਾਪਰਿਆ। ਪ੍ਰਸ਼ਨ ਚਿੰਨ੍ਹ। ਸਾਡੇ ਮਾਹਿਰ ਸੋਸ਼ਲ ਮੀਡੀਆ 'ਤੇ ਬੜੀ ਵੱਡੀ ਭੀੜ ਦੇ ਵਾਂਗ ਹਨ ਜੋ ਵਟਸਐਪ ਰਾਹੀਂ ਭੇਜੀਆਂ ਗਈਆਂ ਚੀਜ਼ਾਂ ਨੂੰ ਪਛਾਣਦੇ ਹਨ। ਡੰਡੀ। ਅਸੀਂ ਸਾਰੇ ਅੰਕੜਿਆਂ ਦੇ ਮਾਹਿਰ ਹਾਂ। ਡੰਡੀ। ਭਾਰਤ 'ਚ ਜਿਵੇਂ ਹੀ ਕੋਵਿਡ-19 ਦੀ ਦੂਸਰੀ ਲਹਿਰ ਆਈ, ਮਾਹਿਰ ਇੱਕਦਮ ਘਬਰਾ ਗਏ ਕਿ ਕਿਵੇਂ ਸਰਕਾਰ ਨੂੰ ਇਸ ਵੱਲ ਦੇਖਣਾ ਚਾਹੀਦਾ ਹੈ। ਡੰਡੀ। ਕਿਸੇ ਨੇ ਵੀ ਦੂਸਰੀ ਲਹਿਰ ਦੇ ਬਾਰੇ 'ਚ ਭਵਿੱਖਬਾਣੀ ਨਹੀਂ ਕੀਤੀ। ਡੰਡੀ। ਪਰ ਜਿਵੇਂ ਹੀ ਦੂਸਰੀ ਲਹਿਰ ਚੱਲੀ, ਇਸ ਦੇ ਬਾਰੇ 'ਚ ਭੜਥੂ ਪੈ ਗਿਆ। ਡੰਡੀ। ਪਹਿਲੀ ਲਹਿਰ ਦੇ ਦਿਨਾਂ 'ਚ ਜੋ ਚਰਚਿਤ ਹੋਏ ਉਹਨਾਂ 'ਚ ਡਾਕਟਰ ਰਮਨਨ ਲਕਸ਼ਮੀ ਨਾਰਾਇਣ ਵੀ ਸਨ, ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਪਿਛਲੀ ਅਗਸਤ 3 ਤੋਂ 4 ਮਿਲੀਅਨ ਮੌਤਾਂ ਹੋ ਜਾਣਗੀਆਂ। ਡੰਡੀ। ਜਦੋਂ ਭਾਰਤ ਨੇ ਉਹਨਾਂ 'ਤੇ ਭਰੋਸਾ ਨਾ ਕੀਤਾ ਤਾਂ ਰਮਨਨ ਕੁਝ ਮਹੀਨਿਆਂ ਲਈ ਦਿਖਾਈ ਨਹੀਂ ਦਿੱਤੇ, ਪਰ ਜਿਵੇਂ ਹੀ ਦੂਸਰੀ ਲਹਿਰ ਨੇ ਸਾਡੇ 'ਤੇ ਸੱਟ ਮਾਰੀ ਤਾਂ ਉਹਨਾਂ ਦੇ ਵਿਚਾਰਾਂ ਨੂੰ ਪੱਛਮੀ ਮੀਡੀਆ ਵੱਲੋਂ ਮੁੜ ਸੁਰਜੀਤ ਕੀਤਾ ਗਿਆ। ਡੰਡੀ। ਰਮਨਨ ਦਾ
वर्तमान टीचा इंडियन काउंसल ऑफ मैडिकल रिसर्च एंटीबॉडी सर्वे ते है, जिस ने पाया कि हरेक रजिस्टर्ड कोविड मामले नाल 34 होर मामले जुड़े हो सकते हैं। डंडी असल च सर्वे दे नतीजे इस गल वल इशारा करते हैं कि हरेक अधिकारत अंकड़े दे नाल 34 होर लोग भी इन्फैक्टड हुए, जिन्हां चों ज़्यादातर लोकां च रोग प्रतिरोधक शक्ति विकसित हुई। डंडी कुछ ने महसूस किया कि वो इन्फैक्टड हो चुके हैं। डंडी साडे हस्पताल हुण होर ज़्यादा भरे नहीं हैं, जबकि रमनन महसूस करते हैं कि देश क्यामत वल वध रहा है। डंडी रोग प्रतिरोधक शक्ति होनी चंगी खबर है। डंडी फरवरी 2020 च विश्व के प्रसिद्ध कोरोना वारियर डॉक्टर एंथनी फौची ने मास्क पहनने की लोड़ नूं नकार दिता। डंडी कुछ महीनों बाद उन्होंने दावा किया कि उन्होंने कभी नहीं कहा कि मास्क बेकार दी चीज़ है। डंडी उन्होंने सिर्फ लोगों नूं ये कहा कि मास्क ना खरीदण ताकि सेहत मुलाजमां कोल लोड़ींदी सप्लाई होवे। डंडी ये भैड़ी स्थिति ते धोखा देण वाली गल है जो एक अणजाणता है। डंडी 1 साल तो वध समय तो डॉक्टर फौची ने यह कहानी घड़ी कि कोविड वायरस कुदरती तौर पर जन्मिया है अते इसनूं एक मनुख वल्लों जोड़ तोड़ के नहीं बनाया गया, जिस दियां पैदाइश वुहान दी वायरोलॉजी लैब च होई। डंडी वधेरे अमरीकी मीडिया ने साथ निभाया। डंडी इस तरह लासेंट वर्गे साइंटिफिक रसालियां ने कहा, जिस ने उन्हां पन्नियां नूं रद्द कर दिता जिन्हां ने तर्क दिता कि वायरस च प्रोटीन शक्की गैर कुदरती दिखाई दिंदे हन। डंडी अज डॉक्टर फौची मानते हैं कि इसनूं नकारन दे लई उन्हां कोल लोड़ींदी सूचना ही नहीं सी। डंडी फिर भी उस सिद्धांत नूं उत्साहित करन च मुक्तिदाता नज़र आए कि वायरस एक जानवर तो मनुख च सीधे तौर पर छाल मार के आया। डंडी हालांकि एक भी जानवर वायरस नाल इन्फैक्टड नहीं पाया गया। डंडी स्टार्ट इस दौरान द वाशिंगटन पोस्ट ने फरवरी 2020 के लेख च शब्दां नूं बदल दिता। डंडी लेख दियां लाइनां दे अनुसार रिपब्लिकन सनेटर टॉम काटन उस कोरोना वायरस के एक विवादित सिद्धांत नूं दोहराउंदे रहे, जिस नूं पहलां तो ही खारज कर दिता। डंडी हुण तीसरी लहर दे बारे च चर्चा है कि हुण कदों ये साडे ते वार करेगी। डंडी किसे समय ये सिखर ते किसे समय उतार ते होवेगी। डंडी सब तो मशहूर सिद्धांत के अनुसार ये लहर अपने सिखर ते सितंबर अते नवंबर महीने दे दरम्यान च होवेगी अते उस तो बाद जनवरी तक ये ख़त्म हो जाएगी। डंडी ये इस गल ते निर्भर करता है कि पाबंदी पूरी तरह उठा ली जाए जां होर ज़्यादा सख्त कर दिती जाए। डंडी जबकि ये सारे अंदाजे नीति घाड़ियां दे मंतव लई हन, पर सानू एक औसतन जनता के तौर पर समझना चाहिए है कि कोई भी भविष्यवाणी कल्पना दे वांग ही चंगी हुंदी है। डंडी किसी भी डेल्टा वेरीएंट अते इस दी इन्फैक्शन दे बारे च कोई भविष्यवाणी नहीं
ਕੀਤੀ, ਨਾ ਹੀ ਕਿਸੇ ਨੂੰ ਬਲੈਕ ਫੰਗਸ ਦੇ ਬਾਰੇ 'ਚ ਦੱਸਿਆ ਡੰਡੀ। ਦੂਸਰੀ ਲਹਿਰ ਦੇ ਉਤਰਨ ਦੇ ਦਿਨਾਂ 'ਚ ਮਾਹਰ ਤੀਸਰੀ ਲਹਿਰ ਦੇ ਬਾਰੇ 'ਚ ਰੌਲਾ ਪਾ ਰਹੇ ਸਨ ਅਤੇ ਇਹ ਵੀ ਕਹਿ ਰਹੇ ਸਨ ਕਿ ਸਾਡੇ ਬੱਚੇ ਵੀ ਪ੍ਰਭਾਵਿਤ ਹੋਣਗੇ ਡੰਡੀ। ਕੀ ਇਹ ਸਹੀ ਹੈ? ਸਾਡੇ ਮਾਹਿਰਾਂ ਨੇ ਇਹ ਵੀ ਨਹੀਂ ਦੇਖਿਆ ਕਿ ਦੂਸਰੀ ਲਹਿਰ ਆ ਰਹੀ ਹੈ ਅਤੇ ਨਾ ਹੀ ਕਿਸੇ ਨੇ ਪਰਿਵਰਤਨ ਦੇ ਬਾਰੇ 'ਚ ਦੱਸਿਆ ਡੰਡੀ। ਮਾਹਿਰਾਂ ਦੇ ਬਿਆਨ ਤਾਂ ਸੜਕ ਛਾਪ ਜੋਤਸ਼ੀਆਂ ਵਾਂਗ ਸਨ, ਜੋ ਇਹ ਕਹਿੰਦੇ ਹਨ ਕਿ ਮੈਂ ਪਹਿਲਾਂ ਹੀ ਤੁਹਾਨੂੰ ਸੁਚੇਤ ਕੀਤਾ ਸੀ ਕਿ ਇਹ ਬੁਰਾ ਹੋ ਸਕਦਾ ਹੈ ਜਾਂ ਇੰਨਾ ਬੁਰਾ ਹੋ ਹੀ ਨਹੀਂ ਸਕਦਾ ਡੰਡੀ। ਸੱਚਾਈ ਇਹ ਹੈ ਕਿ ਮਾਹਿਰਾਂ ਨੇ ਸਾਨੂੰ ਕੋਵਿਡ ਦੇ ਮਾਮਲੇ 'ਚ ਨੀਵਾਂ ਦਿਖਾਇਆ ਹੈ ਡੰਡੀ। ਟੀਵੀ 'ਤੇ ਆਕਸੀਜਨ ਦੀ ਕਿੱਲਤ ਦੇ ਬਾਰੇ 'ਚ ਗੱਲ ਕੀਤੀ ਜਾਂਦੀ ਹੈ, ਪਰ ਆਕਸੀਜਨ ਪਲਾਂਟਾਂ ਨੂੰ ਸਥਾਪਿਤ ਕਰਨ ਦੇ ਬਾਰੇ 'ਚ ਕੋਈ ਚਿੰਤਤ ਨਹੀਂ ਡੰਡੀ।